आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਰਾਲਟ ਐਕਟ ਅਤੇ ਸੁਤੰਤਰਤਾ ਸੈਨਾਨੀਆਂ ਨੈਨੂ ਰਾਮ, ਸ਼ੈਲੇਂਦਰ ਦੱਤ ਗੁਪਤ ਅਤੇ ਗੰਦੋਕਾ ਪੋਤਰਾ ਬਾਰੇ ਜਾਣਕਾਰੀ ਦੇ ਰਹੇ ਹਾਂ। महात्मा गांधी ने 24 फरवरी 1919 ਨੂੰ ਰਾਲਟ ਐਕਟ ਦੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਮੁੰਬਈ ਵਿੱਚ ਸੱਤਿਆਗ੍ਰਹਿ ਸਭਾ ਦੀ ਸਥਾਪਨਾ ਕੀਤੀ ਸੀ। ਇਹ ਅੰਦੋਲਨ ਪ੍ਰੈਸ ਦੀ ਆਜ਼ਾਦੀ ਲਈ ਦਮਨ ਅਤੇ ਬਿਨਾਂ ਮੁਕੱਦਮੇ ਚਲਾਏ ਹਿਰਾਸਤ ਵਿੱਚ ਰੱਖਣ ਦੇ ਵਿਰੋਧ ਵਿੱਚ ਚਲਾਇਆ ਗਿਆ। ਅੰਦੋਲਨ ਦੇ ਦੌਰਾਨ ਗਾਂਧੀ ਨੇ ਕਿਹਾ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਆਪਣੇ ਆਤਮ ਬਲ ਨਾਲ ਕੇਵਲ ਮੁਸੀਬਤਾਂ ਦੇ ਜ਼ਰੀਏ ਹੀ ਮੋਕਸ਼ ਪ੍ਰਾਪਤ ਕਰਾਂਗੇ ਅਤੇ ਅੰਗਰੇਜ਼ਾਂ ਦੁਆਰਾ ਕੱਟੜਤਾ ਨਾਲ ਥੋਪੇ ਗਏ ਸੁਧਾਰਾਂ ਦੇ ਜ਼ਰੀਏ ਨਹੀਂ। ਰਾਲਟ ਐਕਟ ਤਹਿਤ ਜਿਊਰੀ ਦੀ ਸੁਣਵਾਈ ਦੇ ਬਿਨਾਂ ਸਿਆਸੀ ਮੁਕੱਦਮੇ ਚਲਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਅਤੇ ਬੰਦੀ ਧਾਰਨਾ ਦੇ ਅਧਿਕਾਰ ਨੂੰ ਸਸਪੈਂਡ ਕਰਦੇ ਹੋਏ ਬਿਨਾਂ ਮੁਕੱਦਮੇ ਚਲਾਏ ਹੀ ਸ਼ੱਕੀ ਨੂੰ ਨਜ਼ਰਬੰਦ ਰੱਖਣ ਦੀ ਮਨਜ਼ੂਰੀ ਮਿਲ ਗਈ। ਸੁਤੰਤਰਤਾ ਸੈਨਾਨੀਆਂ ਨੇ ਇਸ ਕਠੋਰ ਵਿਵਸਥਾ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਦੀ ਫਲਸਰੂਪ ਮਾਰਚ ਅਤੇ ਅਪ੍ਰੈਲ 1919 ਦੌਰਾਨ ਦੇਸ਼ ਵਿੱਚ ਵਰਣਨਯੋਗ ਸਿਆਸੀ ਜਾਗ੍ਰਿਤੀ ਆਈ। ਵੱਡੇ ਪੈਮਾਨੇ ਤੇ ਹੜਤਾਲਾਂ ਹੋਈਆਂ, ਜਲੂਸ ਕੱਢੇ ਗਏ ਅਤੇ ਪ੍ਰਦਰਸ਼ਨ ਹੋਏ। ਅੰਮ੍ਰਿਤਸਰ ਵਿੱਚ 9 ਅਪ੍ਰੈਲ ਨੂੰ ਸਥਾਨਕ ਨੇਤਾਵਾਂ ਸੈਫੂਦੀਨ ਕਿਚਲੂ ਅਤੇ ਸਤਪਾਲ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਸਥਾਨਕ ਨੇਤਾਵਾਂ ਦੀ ਗ੍ਰਿਫਤਾਰੀ ਕਾਰਨ ਬ੍ਰਿਟਿਸ਼ ਟਿਕਾਣਿਆਂ ਤੇ ਹਮਲੇ ਕੀਤੇ ਗਏ ਅਤੇ 11 ਅਪ੍ਰੈਲ ਨੂੰ ਜਨਰਲ ਡਾਇਰ ਨੇ ਮਾਰਸ਼ਲ ਲਾਅ ਲਗਾ ਦਿੱਤਾ। 13 ਅਪ੍ਰੈਲ 1919 ਨੂੰ ਜਲਿਆਂਵਾਲਾ ਕਤਲੇਆਮ ਦੀ ਘਟਨਾ ਦੇ ਬਾਅਦ ਪੂਰਾ ਦੇਸ਼ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਮਾਰਚ 1922 ਵਿੱਚ ਦਮਨਕਾਰੀ ਕਾਨੂੰਨ ਕਮੇਟੀ ਦੀ ਰਿਪੋਰਟ ਮਨਜ਼ੂਰ ਕਰਦੇ ਹੋਏ ਬ੍ਰਿਟਿਸ਼ ਬਸਤੀਵਾਦੀ ਸਰਕਾਰ ਨੇ ਰਾਲਟ ਐਕਟ, ਦਾ ਪ੍ਰੈਸ ਐਕਟ ਅਤੇ 22 ਹੋਰ ਕਾਨੂੰਨ ਵਾਪਸ ਲੈ ਲਏ। ਅੱਜ ਅਸੀਂ ਸੁਤੰਤਰਤਾ ਸੈਨਾਨੀ ਨੈਨੂ ਰਾਮ ਨੂੰ ਵੀ ਯਾਦ ਕਰ ਰਹੇ ਹਾਂ। ਉਨ੍ਹਾਂ ਦਾ ਜਨਮ 24 ਫਰਵਰੀ 1892 ਨੂੰ ਮੌਜੂਦਾ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚ ਹੋਇਆ ਸੀ। ਨੈਨੂ ਰਾਮ ਕੋਟਾ ਰਿਆਸਤ ਵਿੱਚ ਸਬ ਇੰਸਪੈਕਟਰ ਸਨ ਅਤੇ ਬਾਅਦ ਵਿੱਚ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋ ਗਏ। ਉਹ 1920-26 ਦੇ ਦੌਰਾਨ ਕੋਟਾ ਵਿੱਚ ਹਾਡੋਤੀ ਰਾਜਸਥਾਨ ਸੇਵਾ ਸੰਘ ਦੇ ਪ੍ਰਧਾਨ ਬਣੇ ਅਤੇ ਬੰਧੂਆ ਮਨਜ਼ੂਰੀ ਨੂੰ ਖਤਮ ਅਤੇ ਖੇਤੀ ਸਮੱਸਿਆ ਦੇ ਹੱਲ ਲਈ ਬ੍ਰਾਂਡ ਤੇ ਬੂੰਦੀ ਦੇ ਪ੍ਰਭਾਵਿਤ ਲੋਕਾਂ ਨੂੰ ਇਕਜੁੱਟ ਕੀਤਾ। 1922 ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੂੰਦੀ ਰਿਆਸਤ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 1926 ਤੋਂ 1936 ਤੱਕ ਨੈਨੂ ਰਾਮ ਕੋਟਾ ਵਿੱਚ ਹਾਡੋਤੀ ਸੂਬਾ ਪ੍ਰਜਾ ਮੰਡਲ ਦੇ ਪ੍ਰਧਾਨ ਰਹੇ। ਉਨ੍ਹਾਂ ਨੇ 1934 ਤੋਂ 1936 ਤੱਕ ਕੋਟਾ ਸੂਬਾ ਪ੍ਰਜਾ ਮੰਡਲੀ ਦੇ ਕਾਰਜਕਾਰੀ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ ਅਤੇ ਮਈ 1939 ਵਿੱਚ ਮੰਗਰੋਲ ਵਿੱਚ ਇਸ ਦੇ ਚੌਥੇ ਸੈਸ਼ਨ ਦੇ ਪ੍ਰਧਾਨ ਥਾਪੇ ਗਏ। ਉਦਾਰ ਅਤੇ ਧਰਮ ਨਿਰਪੱਖ ਨੇਤਾ ਦੇ ਰੂਪ ਵਿੱਚ ਨੈਨੂ ਰਾਮ ਨੇ ਕੋਟਾ ਰਿਆਸਤ ਵਿੱਚ ਲੋਕਤਾਂਤਰਿਕ ਸਰਕਾਰ ਦੀ ਵਕਾਲਤ ਕੀਤੀ। ਰਾਮਗੰਜ ਮੰਡੀ ਤੋਂ ਜੱਦੀ ਪਿੰਡ ਨਿਮਾਣਾ ਜਾਂਦੇ ਸਮੇਂ 14 ਅਕਤੂਬਰ 1941 ਨੂੰ ਰਹੱਸਮਈ ਹਾਲਾਤਾਂ ਵਿੱਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਮਹਾਨ ਭਾਰਤੀ ਨੂੰ ਸੰਨਿਮਰ ਸ਼ਰਧਾਂਜਲੀ। ਅੱਜ ਸੁਤੰਤਰਤਾ ਸੈਨਾਨੀ ਸ਼ੈਲੇਂਦਰ ਦੱਤ ਗੁਪਤ ਨੂੰ ਵੀ ਯਾਦ ਕਰ ਰਹੇ ਹਾਂ। ਉਨ੍ਹਾਂ ਨੂੰ 24 ਫਰਵਰੀ 1933 ਨੂੰ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਸ਼ੈਲੇਂਦਰ ਦਾ ਜਨਮ 1947 ਨੂੰ ਉਸ ਵੇਲੇ ਦੇ ਬੰਗਾਲ ਦੇ ਢਾਕਾ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਕ੍ਰਾਂਤੀਕਾਰੀ ਸਮੂਹ ਸ਼੍ਰੀ ਸੰਘ ਦੇ ਮੈਂਬਰ ਸਨ। ਉਨ੍ਹਾਂ ਨੂੰ ਹਥਿਆਰ ਨਿਯਮਾਂ ਦੇ ਤਹਿਤ ਦੋਸ਼ੀ ਪਾਇਆ ਗਿਆ ਅਤੇ ਸਜ਼ਾ ਦਿੱਤੀ ਗਈ। ਨਜ਼ਰਬੰਦੀ ਦੌਰਾਨ ਹੀ ਉਨ੍ਹਾਂ ਨੇ ਅੰਤਿਮ ਸਾਹ ਲਿਆ। ਇਸ ਮਹਾਨ ਸੁਤੰਤਰਤਾ ਸੈਨਾਨੀ ਸ਼ੈਲੇਂਦਰ ਦੱਤ ਗੁਪਤ ਨੂੰ ਸਾਡੀ ਸੰਨਿਮਰ ਸ਼ਰਧਾਂਜਲੀ। ਅਸੀਂ ਸੁਤੰਤਰਤਾ ਸੈਨਾਨੀ ਗੰਦੋਕਾ ਪੋਤਰਾ ਨੂੰ ਵੀ ਯਾਦ ਕਰ ਰਹੇ ਹਾਂ। ਉਨ੍ਹਾਂ ਦਾ ਦੇਹਾਂਤ 24 ਫਰਵਰੀ 1943 ਨੂੰ ਹੋਇਆ ਸੀ। ਗੰਦੋਕਾ ਪੋਤਰਾ ਨੇ ਮਹਾਤਮਾ ਗਾਂਧੀ ਦੇ ਰਾਸ਼ਟਰਵਿਆਪੀ ਅੰਦੋਲਨ ਦੇ ਸੱਦੇ ਤੇ ਉੜੀਸਾ ਵਿੱਚ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਮਰੰਗਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਖਰਾਬ ਹਾਲਤ ਅਤੇ ਚਿਕਿਤਸਾ ਦੀ ਘਾਟ ਕਾਰਨ ਉਹ ਬਿਮਾਰ ਹੋ ਗਏ। 15 ਫਰਵਰੀ 1943 ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਅਦ ਵਿੱਚ ਕੋਰਾਪੁੱਟ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਹੀ 24 ਫਰਵਰੀ 1943 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਭਾਰਤ ਮਾਂ ਦੇ ਮਹਾਨ ਸਪੂਤ ਗੰਦੋਕਾ ਪੋਤਰਾ ਨੂੰ ਸਾਡੀ ਸੰਨਿਮਰ ਸ਼ਰਧਾਂਜਲੀ।